ਅਕਸਰ ਸਮਾਜ ਦੇ ਵਿੱਚ ਮਹਿਲਾਵਾਂ ਦੇ ਸੇਫ ਨਾ ਹੋਣ ਦੀ ਗੱਲ ਆਖੀ ਜਾਂਦੀ ਹੈ, ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੀ ਮਹਿਲਾ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਆਪਣੇ ਘਰ ਦੇ ਵਿੱਚ ਹੀ ਸੁਰੱਖਿਅਤ ਨਹੀਂ ਹੈ। ਦਰਅਸਲ ਮਹਿਲਾ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਜੀਣਾ ਦੁਸ਼ਵਾਰ ਹੋਇਆ ਹੈ। ਇੱਕ ਵੱਡੇ ਸਕੂਲ ਦੀ ਇੱਕ ਵੱਡੀ ਟੀਚਰ ਅੱਜ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਔਰ ਦੁਸ਼ਮਣੀ ਕਿਸੇ ਹੋਰ ਨਾਲ ਨਹੀਂ ਬਲਕਿ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਹੈ, ਜਿਹੜੇ ਉਹਦੇ ਨਾਲ ਤੰਗ ਪਰੇਸ਼ਾਨ ਕਰਦੇ ਨੇ ਅਤੇ ਉਹਦੇ 'ਤੇ ਮਾੜੀ ਅੱਖ ਰੱਖਦੇ ਨੇ। ਸਾਡੇ ਨਾਲ ਉਹ ਯੁਵਤੀ ਮੌਜੂਦ ਹੈ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੋ ਕਿ ਇੱਕ ਟੀਚਰ ਨੇ। ਮੈਡਮ, ਕੀ ਹੋਇਆ ਤੁਹਾਡੇ ਨਾਲ ਜਿਹੜਾ ਕਿ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ? ਕੀ ਹੈ ਮਸਲਾ? ਮੇਰੇ ਹਸਬੈਂਡ ਦੀ ਡੈਥ ਐਕਸੀਡੈਂਟਲ ਡੈਥ ਸੀ ਅਤੇ ਉਸ ਤੋਂ ਬਾਅਦ ਮਤਲਬ 3-4 ਮਹੀਨੇ ਬਾਅਦ ਹੀ ਮੇਰੇ ਸਹੁਰੇ ਨੇ ਮਤਲਬ ਨੀਚੇ ਸੌਂਦੇ ਸੀ, ਪਹਿਲਾਂ ਉੱਪਰ ਆ ਕੇ ਸੌਣਾ ਸ਼ੁਰੂ ਕਰਤਾ। ਪਹਿਲਾਂ ਉਹ ਸੈਪਰੇਟ ਰੂਮ 'ਚ ਸੌਂਦੇ ਸੀ, ਫਿਰ ਮੇਰੇ ਵਾਲੇ ਰੂਮ 'ਚ ਸੌਣਾ ਸ਼ੁਰੂ ਕਰਤਾ, ਮੇਰੇ ਨਾਲ ਬੈੱਡ ਡਾ ਕੇ। ਫਿਰ ਉਸ ਤੋਂ ਬਾਅਦ ਥੋੜ੍ਹੇ ਦਿਨ 2-4 ਦਿਨਾਂ ਬਾਅਦ ਹੀ ਮੈਨੂੰ ਕਹਿੰਦੇ ਕਿ ਮਤਲਬ ਜਦੋਂ ਬੱਚੇ ਸੌਂ ਜਾਂਦੇ ਹੁੰਦੇ ਆ ਮੇਰੇ ਕੋਲ ਆ ਜਾਏਗਾ। ਦਰਦ ਭਰੀ ਦਾਸਤਾਨ ਤੁਹਾਨੂੰ ਸੁਣਾ ਰਹੇ ਹਾਂ ਕਿ ਇੱਕ ਅਧਿਆਪਿਕਾ ਜੋ ਕਿ ਸਮਾਜ ਨੂੰ ਇੱਕ ਦਿਸ਼ਾ ਦਿੰਦੀ ਹੈ ਕਿ ਸਮਾਜ 'ਚ ਚੰਗਾ ਸਮਾਜ ਹੋਣਾ ਚਾਹੀਦਾ, ਅੱਜ ਉਹ ਅਧਿਆਪਿਕਾ ਇੱਕ ਵੱਡੇ ਸਕੂਲ ਦੀ ਲੈਕਚਰਰ ਹੈ, ਇੰਗਲਿਸ਼ ਟੀਚਰ ਹੈ, ਬੱਚਿਆਂ ਨੂੰ ਪੜ੍ਹਾਉਂਦੀ ਹੈ। ਕਿਉਂਕਿ ਪਤੀ ਦੀ ਮੌਤ ਤੋਂ ਬਾਅਦ ਉਸਦੇ ਘਰ 2 ਬੇਟੀਆਂ ਹੋਈਆਂ, ਅੱਜ ਆਪਣੀ ਦੋਨੋਂ ਬੇਟੀਆਂ ਦੇ ਨਾਲ ਇੱਥੇ ਬੈਠੀ ਹੈ ਔਰ ਉਹਨੇ ਇੱਕ ਟੀਚਾ ਮਿੱਥਿਆ ਸੀ ਕਿ ਉਹ ਸਮਾਜ ਸੁਧਾਰ ਕਰੇਗੀ, ਆਪਣੀ ਬੇਟੀਆਂ ਨੂੰ ਪੜ੍ਹਾਏਗੀ, ਲੇਕਿਨ ਖੁਦ ਇੱਕ ਬੇਟੀ ਹੋਣ ਦੇ ਨਾਤੇ ਅੱਜ ਜਿਹੜੀ ਹੈ ਇੱਕ ਮੁਸੀਬਤ 'ਚ ਫਸੀ ਹੋਈ ਨਜ਼ਰ ਆ ਰਹੀ ਹੈ। ਪਤੀ ਦੇ ਮੌਤ ਦਾ ਗਮ ਬਹੁਤ ਸੀ, 2 ਬੱਚੀਆਂ ਸੀ। ਕਿਸ ਤਰ੍ਹਾਂ ਤੁਸੀਂ ਪਾਲਣ ਪੋਸ਼ਣ ਕੀਤਾ ਅਤੇ ਕੀ ਤੁਹਾਡੇ ਨਾਲ ਇਹ ਹੋਇਆ? ਬਹੁਤ ਮੁਸ਼ਕਿਲ ਹੈ। ਮੈਂ ਮਤਲਬ ਇਹਨਾਂ ਦੇ ਹਸਬੈਂਡ ਦੀ ਮੌਤ ਤੋਂ ਬਾਅਦ ਮੈਂ ਜੌਬ ਸਟਾਰਟ ਕਰ ਲਈ। ਬੱਚੇ ਦਾ ਗੁਜ਼ਾਰਾ ਤਾਂ ਕਰਨਾ ਹੀ ਸੀ, ਕੋਈ ਮੈਨੂੰ ਸਪੋਰਟ ਕਰਨ ਵਾਲਾ ਨਹੀਂ ਸੀ, ਇਕੱਲੀ ਕਰ ਰਹੀ ਸੀ। ਫਿਰ ਬੱਚਿਆਂ ਦੇ ਨਾਲ ਹੀ ਬੱਚੇ ਥੋੜ੍ਹੇ ਵੱਡੇ ਹੋ ਗਏ, ਨਾਲ ਐਡਮਿਸ਼ਨ ਕਰਵਾ ਲਈ ਉਹਨਾਂ ਦੀ ਵੀ ਸੇਮ ਸਕੂਲ 'ਚ ਹੀ, ਉਹਨਾਂ ਨੂੰ ਨਾਲ ਹੀ ਲੈ ਕੇ ਜਾਂਦੀ, ਨਾਲ ਹੀ ਲੈ ਕੇ ਆਉਂਦੀ ਹਾਂ। ਬਟ ਮੈਂ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਮੇਰੇ ਫਾਦਰ ਇਨ ਲੋ ਜਦੋਂ ਮਰਜ਼ੀ ਡਰਿੰਕ ਕਰਕੇ ਮੇਰੀ ਹੱਥ ਫੜ ਲੈਂਦੇ ਸੀ, ਜ਼ਬਰਦਸਤੀ ਮੇਰੇ ਨਾਲ ਕਰਦੇ ਸੀ। ਕਦੀ ਮੈਨੂੰ ਕਹਿੰਦੇ ਸੀ ਤੇਰਾ ਸਾਥ ਕਿਸੇ ਨੇ ਨਹੀਂ ਦੇਣਾ, ਮੈਂ ਜ਼ਬਰਦਸਤੀ ਮੇਰੀ ਬਾਂਹ ਖਿੱਚ ਕੇ ਮੈਨੂੰ ਨਾਲ ਬਿਠਾਉਂਦੇ ਹੁੰਦੇ ਸੀ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਮੇਰੇ ਜੇਠ ਨੇ ਮੈਨੂੰ ਫੇਸ ਪੇ ਮਤਲਬ ਫਿਰ ਕਦੀ ਮੇਰਾ ਰਾਹ ਰੋਕਣਾ, ਕਦੀ ਪੌੜੀਆਂ 'ਚ ਰੋਕ ਦੇਣਾ, ਕਦੀ ਗੇਟ ਤੋਂ ਮੈਨੂੰ ਬਾਹਰ ਨਹੀਂ ਜਾਣ ਦੇਣਾ ਜਦੋਂ ਮੈਂ ਸਕੂਲ ਜਾਣਾ ਬੱਚਿਆਂ ਨੂੰ ਲੈ ਕੇ, ਕਦੀ ਮੇਰੇ ਪੈਰ 'ਤੇ ਪੈਰ ਰੱਖ ਦੇਣਾ ਜ਼ਬਰਦਸਤੀ, ਕਦੀ ਮੈਨੂੰ ਜਾਣ-ਬੁੱਝ ਕੇ ਮੋਟਾ ਮਾਰ ਕੇ ਲੰਘਣਾ। ਬਰਦਾਸ਼ਤ ਕਰਦੀ ਰਹੀ। ਫਿਰ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਇਹਨੇ ਮੈਨੂੰ ਫੇਸਬੁੱਕ 'ਤੇ ਮਤਲਬ ਬਹੁਤ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਕਿੰਨੇ ਮਤਲਬ ਗੰਦੇ ਮੈਸੇਜ ਕਰਨੇ ਇਹਨੇ ਮੈਨੂੰ ਸ਼ੁਰੂ ਕਰਤੇ, ਮੈਨੂੰ ਰਿਲੇਸ਼ਨ ਬਣਾਉਣ ਲਈ ਮਤਲਬ ਕੀਤਾ ਉਹ। ਫਿਰ ਉਸ ਤੋਂ ਬਾਅਦ ਮੈਂ ਕੰਪਲੇਨ ਕਰਤੀ ਫਾਈਨਲੀ। ਤੁਸੀਂ ਪੜ੍ਹੇ ਲਿਖੇ ਸੀ, ਤੁਸੀਂ ਕੰਪਲੇਂਟ ਕੀਤੀ? ਹਾਂਜੀ। ਫਿਰ ਉਸ ਤੋਂ ਬਾਅਦ ਕੀ ਹੋਇਆ? ਫਿਰ ਉਸ ਤੋਂ ਬਾਅਦ ਮੈਂ ਕੰਪਲੇਨ ਕੀਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੈਂ ਕਦੀ ACP ਆਫਿਸ ਕਦੀ ਕਿਤੇ ਮੇਰੇ ਪਾਪਾ ਨਹੀਂ ਹੈਗੇ, ਮੰਮੀ ਮੇਰੇ ਆ, ਠੀਕ ਹੈ, ਅਤੇ ਮੇਰੇ ਮਤਲਬ ਬਾਕੀ ਰਿਸ਼ਤੇਦਾਰ ਮੇਰੀਆਂ ਭੂਆ ਫੁੱਫਾ ਉਹ ਮੇਰਾ ਸਾਥ ਦਿੰਦੇ, ਉਹ ਮੇਰੇ ਨਾਲ ਤੁਰੇ, ਉਹਨਾਂ ਨੇ ਥੋੜ੍ਹਾ ਮੈਨੂੰ ਸਪੋਰਟ ਕੀਤਾ। ਫਿਰ ਮੈਂ ਗਈ। ਫਿਰ ਥੋੜ੍ਹੀ ਦੇਰ ਪਹਿਲਾਂ ਮਤਲਬ ਕੋਵਿਡ ਦੇ ਨਾਲ ਮੇਰੇ ਫਾਦਰ ਇਨ ਲੋ ਦੀ ਡੈਥ ਹੋ ਗਈ 15 ਤਰੀਕ ਨੂੰ, 15 ਸੈਪਟੰਬਰ ਨੂੰ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੈਂ ਸਕੂਲ ਗਈ ਹੋਈ ਸੀ। ਸਕੂਲ ਤੋਂ ਮੈਂ ਜਦੋਂ ਬੱਚਿਆਂ ਨੂੰ ਲੈ ਕੇ ਘਰ ਆਈ ਹਾਂ, ਆਪਣੇ ਮੇਰੇ ਮੰਮੀ ਨਾਲ ਆਏ ਆ, ਮੇਰੇ ਫਾਦਰ ਇਨ ਲੋ ਐਕਸਪਾਇਰ ਹੋ ਗਏ। ਮੈਨੂੰ ਇਹਨਾਂ ਸਾਰਿਆਂ ਨੇ ਇੰਨਾ ਜ਼ਿਆਦਾ ਗਾਲੀ ਗਲੋਚ ਕੀਤਾ ਮੇਰੇ ਬੱਚਿਆਂ ਨੂੰ, ਤੂੰ ਰੰਡੀ ਹੈ, ਤੂੰ ਇਹ ਕਹਾਂਗੇ ਕਿ ਤੁਸੀਂ ਹਾਰਸ਼ ਵਰਡ ਨਹੀਂ ਗੰਦੇ ਵਰਡ ਯੂਜ਼ ਕੀਤੇ ਇਹਨਾਂ ਨੇ, ਬਹੁਤ ਗੰਦੇ ਵਰਡ ਯੂਜ਼ ਕੀਤੇ। ਮੇਰੀਆਂ 3 ਨਨਾਨਾਂ ਨੇ, ਮੇਰੀ ਜਠਾਣੀ ਨੇ, ਮੇਰੀ ਭੂਆ ਸੱਸ ਨੇ, ਮੇਰੀ ਨਨਾਣ ਦੀ ਨਨਾਣ ਨੇ, ਲਵਲੀ ਹੈ ਉਹਦਾ ਨਾਮ, ਮੇਰੇ ਨੇਬਰ 'ਚ ਇੱਕ ਮੁੰਡਾ ਹੈ ਸੁਸ਼ੀਲ, ਉਹਨੇ ਜਾਣ-ਬੁੱਝ ਕੇ ਗੇਟ ਬੰਦ ਕੀਤਾ, ਸਾਨੂੰ ਧੱਕੇ ਮਾਰੇ। ਮੇਰੇ ਜੇਠ ਨੇ ਮੈਨੂੰ ਮੇਰੇ ਬੱਚਿਆਂ ਨੂੰ ਧੱਕੇ ਮਾਰੇ। ਕੀ ਆਰੋਪ ਲਗਾਏ ਤੁਹਾਡੇ ਕਿ ਤੇਰੀ ਵਜ੍ਹਾ ਕਰਕੇ ਹੀ ਮਰਿਆ। ਤੁਸੀਂ ਕਰੋਨਾ ਪੋਜ਼ਿਟਿਵ ਸੀ? ਹਾਂਜੀ। ਮਤਲਬ ਉਹ ਵੀ ਦੋਸ਼ ਤੁਹਾਡੇ ਤੇ ਲੱਗਾ ਕਿ ਤੁਸੀਂ ਕਰੋਨਾ ਪੋਜ਼ਿਟਿਵ? ਮੈਂ ਕਰੋਨਾ ਪੋਜ਼ਿਟਿਵ। ਉਸ ਤੋਂ ਬਾਅਦ ਜਿਹੜਾ ਹੈ ਦੱਸ ਰਿਹਾ ਕਿ ਕਰੋਨਾ ਕਰਕੇ ਵੀ ਕਿਆ ਇੱਕ ਮਹਿਲਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਤਾਂ ਇੱਕ ਪੜ੍ਹੀ ਲਿਖੀ ਯੁਵਤੀ ਦੀ ਕਹਾਣੀ ਤੁਹਾਨੂੰ ਦਿਖਾ ਰਹੇ ਹਾਂ। ਤਾਂ ਉਸ ਤੋਂ ਬਾਅਦ ਸ਼ਿਕਾਇਤਾਂ ਮੈਡਮ ਕਿੰਨੀ ਦੇਰ ਤੋਂ ਕਰ ਰਹੇ ਹੋ ਅਤੇ ਕੀ ਹੋਇਆ?
ਮੈਂ ਇੱਕ ਜਿਹੜੀ ਕੰਪਲੇਨ ਹੈ ਮੈਂ ਆਨਲਾਈਨ ਕੀਤੀ ਸੀ ਕਮਿਸ਼ਨਰ ਨੂੰ, ਉਹਦੇ ਵੀ ਕੋਈ ਸੁਣਵਾਈ ਨਹੀਂ ਹੋਈ। ਉਹ ਮੈਂ ਕੀਤੀ ਸੀ 2018 ਵਿੱਚ, ਠੀਕ ਹੈ, 15 ਫਰਵਰੀ 2018 ਚ ਕੀਤੀ ਸੀ ਮੈਂ। ਉਹਦੀ ਕੋਈ ਸੁਣਵਾਈ ਨਹੀਂ ਹੋਈ। ਆਨਲਾਈਨ ਮੈਂ ਮੇਲ ਕੀਤੀ ਸੀ। ਉਸ ਤੋਂ ਬਾਅਦ ਮੈਂ ਮਤਲਬ ਬਹੁਤ ਜ਼ਿਆਦਾ ਡਿਪਰੈਸ ਰਹਿਣ ਲੱਗ ਗਈ ਸੀ ਜਦੋਂ ਇਹਨਾਂ ਦੀਆਂ ਹਰਕਤਾਂ ਇੱਦਾਂ ਵੱਧਦੀਆਂ ਗਈਆਂ। ਮੇਰਾ ਬ੍ਰਦਰ ਮੈਨੂੰ ਥੋੜ੍ਹੀ ਦੇਰ ਲਈ ਦਿੱਲੀ ਲੈ ਗਿਆ। ਮੈਂ ਆਪਣੇ ਬੱਚਿਆਂ ਨੂੰ ਲੈ ਕੇ ਦਿੱਲੀ ਚਲ ਗਈ, ਕਿਉਂਕਿ ਬ੍ਰਦਰ ਆ ਵੇਖ ਨਹੀਂ ਸਕਦਾ ਆਪਣੀ ਭੈਣ ਨੂੰ ਇਸ ਹਾਲਤ 'ਚ। ਫਿਰ ਥੋੜ੍ਹੀ ਦੇਰ ਬਾਅਦ ਇਹਨਾਂ ਨੇ, ਮੇਰੇ ਫਾਦਰ ਇਨ ਲਾਅ ਨੇ ਮੈਨੂੰ ਬੁਲਾ ਲਿਆ ਵਾਪਸ। ਤੈਨੂੰ ਕੋਈ ਕੁਛ ਨਹੀਂ ਕਹਿੰਦਾ, ਤੂੰ ਵਾਪਸ ਆ ਜਾ, ਤੈਨੂੰ ਕੋਈ ਕੁਛ ਨਹੀਂ ਕਹਿੰਦਾ। ਮੈਂ ਦੋ ਕੁ ਮਹੀਨੇ ਬਾਅਦ ਮੈਂ ਵਾਪਸ ਆ ਗਈ। ਇਹਨਾਂ ਦੀਆਂ ਥੋੜ੍ਹੀ ਦੇਰ ਠੀਕ ਰਹੇ, ਫਿਰ ਉਹੀ ਸੇਮ ਹਰਕਤਾਂ ਸ਼ੁਰੂ ਹੋ ਗਈਆਂ ਇਹਨਾਂ ਦੀਆਂ। ਮੈਨੂੰ ਟਾਰਚਰ ਕਰਨਾ, ਮੈਨੂੰ ਸੈਕਸ਼ੂਅਲ ਹਰਾਸ਼ ਕਰਨਾ, ਜ਼ਬਰਦਸਤੀ ਮੇਰੀ ਬਾਂਹ ਮਰੋੜ ਦੇਣੀ, ਮੈਨੂੰ ਬੈੱਡ 'ਤੇ ਸੁੱਟਣਾ, ਬਹੁਤ ਕੁਛ। ਫਿਰ ਉਸ ਤੋਂ ਬਾਅਦ ਦੋ ਬੱਚੀਆਂ ਤੁਹਾਡੇ ਕੋਲ, ਤੁਸੀਂ ਇਹਨਾਂ ਨੂੰ ਪੜ੍ਹਾਉਣ ਵਾਸਤੇ ਹੀ ਸਭ ਕੁਝ ਕਰ ਰਹੇ ਹੋ? ਹਾਂਜੀ, ਮੈਨੂੰ ਬਹੁਤ ਜਣੇ ਕਹਿੰਦੇ ਸੈਕਿੰਡ ਮੈਰਿਜ ਲਈ, ਪਰ ਮੈਂ ਆਪਣੇ ਬੱਚਿਆਂ ਕਰਕੇ ਮੈਂ ਨਹੀਂ ਕਰਨਾ। ਮੈਂ ਇੱਥੇ ਹੀ ਮੈਂ ਇੱਕ ਵਿਆਹ ਕੇ ਇੱਥੇ ਆਈ ਹਾਂ, ਤੇ ਇੱਥੋਂ ਹੀ ਮੇਰੀ ਅਰਥੀ ਜਾਏਗੀ। ਮੈਂ ਕੁਛ ਨਹੀਂ ਕਰਨਾ ਬੱਚਿਆਂ ਨੂੰ, ਕਿਉਂਕਿ ਸੈਕਿੰਡ ਮੈਰਿਜ ਤੋਂ ਬਾਅਦ ਦਿੱਕਤ ਹੁੰਦੀ ਪਈ। ਹਾਂਜੀ, ਇਸ ਲਈ ਮੈਂ ਸੈਕਿੰਡ ਮੈਰਿਜ ਨਹੀਂ ਕਰਨੀ। ਮੈਨੂੰ ਪਤਾ ਕਿ ਮੇਰੀ ਬੱਚਿਆਂ ਨੂੰ ਕਿਸੇ ਨੇ ਨਹੀਂ ਐਕਸੈਪਟ ਕਰਨਾ, ਇਸ ਲਈ। ਹਾਂਜੀ, ਦੋਨੋਂ ਮੇਰੀਆਂ ਬੇਟੀਆਂ, ਇਸ ਲਈ ਮੈਂ ਸੈਕਿੰਡ ਮੈਰਿਜ ਪ੍ਰੈਫਰ ਨਹੀਂ ਕਰਦੀ। ਹੁਣ ਕੀ ਕਾਰਵਾਈ ਲੈਂਦੀ ਹੈ? ਹੁਣ ਮੇਰੇ ਕੋਈ ਸੁਣਵਾਈ ਨਹੀਂ ਹੋ ਰਹੀ। ਮੇਰੇ ਜੇਠ 'ਤੇ ਪਰਚਾ ਵੀ ਹੋ ਗਿਆ 30 ਸਤੰਬਰ ਨੂੰ, ਤੇ ਬਟ ਕੋਈ ਮੇਰੀ ਸੁਣਵਾਈ ਨਹੀਂ, ਕੋਈ ਉਹਨੂੰ ਫੜ ਨਹੀਂ ਰਹੇ। ਉਹ ਭਗੌੜਾ ਹੋਇਆ ਹੈ, ਉਹਨੂੰ ਪੁਲਿਸ ਕੋਈ ਉਹਦੀ ਪੈਰਵਾਈ ਨਹੀਂ ਕਰ ਰਹੀ। ਫਿਰ ਕੱਲ੍ਹ ਜਦੋਂ ਮੈਂ ਘਰ ਆਈ ਹਾਂ ਆਪਣੇ, ਵਾਪਸ ਫਾਈਨਲੀ ਘਰ ਆਈ ਹਾਂ ਮੈਂ, ਮੇਰੀ ਜਠਾਣੀ ਨੇ ਮੈਨੂੰ ਬਹੁਤ ਜ਼ਿਆਦਾ ਗਾਲੀ ਗਲੋਚ ਕੀਤਾ, ਬਹੁਤ ਜ਼ਿਆਦਾ। ਮੇਰੇ ਮੰਮੀ ਘਰ ਰਹੇ, ਮੇਰੇ ਮੰਮੀ ਮੈਂ ਕੁਛ ਨਹੀਂ ਬੋਲੇ ਨਾ, ਗੰਦੇ ਵਰਡ ਉਹਨੇ ਮੇਰੇ ਲਈ ਯੂਜ਼ ਕੀਤੇ। ਕੀ ਸਮਝਦੇ ਹੋ ਕਿ ਸਮਾਜ 'ਚ ਮਹਿਲਾਵਾਂ ਸੁਰੱਖਿਅਤ ਨੇ ਤੁਹਾਡੇ ਵਕਨ? ਬਿਲਕੁਲ ਵੀ ਨਹੀਂ ਹੈ। ਪੁਲਿਸ ਔਰ ਪੁਲਿਸ ਤੇ ਬਿਲਕੁਲ ਵੀ ਸਾਥ ਨਹੀਂ ਦਿੰਦੀ। ਜਿੰਨਾ ਕਹਿੰਦੇ ਕਿ ਔਰਤਾਂ ਲਈ ਇਹ ਰੂਲ, ਪੜ੍ਹੇ ਲਿਖੇ, ਤੁਸੀਂ ਇੱਕ ਪੜ੍ਹੇ ਲਿਖੇ ਹੋ, ਤੁਸੀਂ ਅਗਰ ਇੱਕ ਅੱਛੇ ਟੀਚਰ ਹੋ, ਜੇ ਤੁਹਾਡੇ ਵਕਨ ਦੇ ਲੋਕਾਂ ਦੀ ਸੁਣਾਈ ਤੇ ਜਿਹੜੀਆਂ ਵਿਚਾਰੀਆਂ ਜਿਹੜੀਆਂ ਆਪਣੀ ਆਵਾਜ਼ ਨਹੀਂ ਬੁਲੰਦ ਕਰ ਪਾਉਂਦੀਆਂ, ਉਹਨਾਂ ਦੀ ਕੀ ਹੋਣੀ? ਬਹੁਤ ਬੁਰਾ ਹਾਲ ਆ। ਮੈਂ ਕਹਿੰਦੀ ਕਿੱਦਾਂ ਉਹ ਟੋਲਰੇਟ ਕਰਦੀਆਂ ਹੋਣਗੀਆਂ ਸਭ ਕੁਝ, ਕੀ ਕਰਦੀਆਂ ਹੋਣਗੀਆਂ। ਮੈਨੂੰ ਹੁਣ ਫੀਲ ਹੁੰਦਾ ਹੈ ਕਿ ਉਹਨਾਂ ਦੀ ਕੀ ਹਾਲਤ ਹੁੰਦੀ ਹੋਏਗੀ। ਬਹੁਤ ਬੁਰੀ ਹਾਲਤ ਹੈ। ਸਾਡੇ ਮਤਲਬ ਬਹੁਤ ਕੁਝ ਕਰਨ ਦੀ ਲੋੜ ਆ ਹਾਲੇ ਔਰਤਾਂ ਲਈ। ਔਰਤ ਦੀ ਜ਼ਿੰਦਗੀ, ਮੈਂ ਸਪੀਚਲੈਸ ਹਾਂ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਹਾਂ ਕਿ ਔਰਤ ਦੀ ਜ਼ਿੰਦਗੀ ਕਿੰਨੀ ਮਤਲਬ ਉਹ ਹੈਗੀ ਹੈ। ਤਾਂ ਤੁਹਾਨੂੰ ਦਿਖਾਇਆ ਕਿ ਇੱਕ ਮਹਿਲਾ ਦੇ ਹਾਲਾਤ, ਆਓ ਜਾਣਦੇ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ। ਸਰ, ਕੀ ਮਾਮਲਾ ਹੈ ਜੀ? ਅਨੀਲਾ ਨਾਂ ਦੀ ਲੇਡੀ ਹੈ, ਉਹ ਤੇ ਫੈਜ਼ਪੁਰ ਏਰੀਏ ਦੇ ਵਿੱਚ ਵਿਆਹੀ ਸੀਗੀ, ਤੇ ਉਹਦੇ ਹਸਬੈਂਡ ਦੀ ਡੈਥ ਹੋ ਗਈ ਹੈ, ਬੱਚੇ ਨੇ ਉਹਦੇ। ਤੇ ਉਹਨੇ ਐਪਲੀਕੇਸ਼ਨ ਇਹ ਦਿੱਤੀ ਸੀਗੀ ਵੀ ਮੇਰਾ ਜਿਹੜਾ ਜੇਠ ਹੈ ਉਹ ਮੈਨੂੰ ਮਿਲ ਕੇ ਮੇਰੇ 'ਤੇ ਮਾੜੀ ਨਜ਼ਰ ਰੱਖਦਾ ਹੈ, ਤੇ ਈਵਨ WhatsApp 'ਤੇ ਵੀ ਮੈਨੂੰ ਮੈਸੇਜ ਗਲਤ ਭੇਜਦਾ ਹੈ। ਫਿਰ ਉਹਦੀ ਇਨਕੁਆਇਰੀ ਕੀਤੀ ਗਈ। ਇਨਕੁਆਇਰੀ ਦੌਰਾਨ ਜਿਹੜੇ ਉਹਨੇ ਦੋਸ਼ ਲਾਏ ਸੀ ਉਹਦੇ ਜੇਠ ਦੇ ਖਿਲਾਫ, ਉਹ ਸੱਚ ਸਾਬਤ ਹੋਏ, ਤੇ ਪਰਚਾ ਦਰਜ ਹੋ ਗਿਆ ਉਹਦੇ ਖਿਲਾਫ। ਦੋਸ਼ੀ ਨਹੀਂ ਫੜੇ ਗਏ? ਨਹੀਂ, ਦੋਸ਼ੀ ਦੀ ਅਜੇ ਘਰੋਂ ਖਿਸਕਿਆ ਹੈ, ਤੇ ਬਹੁਤ ਜਲਦ ਫੜ ਲਾਂਗੇ, ਅਸੀਂ ਲੱਭ ਲਾਂਗੇ ਉਹਨੂੰ। ਤੇ ਦੋਸ਼ੀ ਫੜੇ ਜਾਣਗੇ? ਦੋਸ਼ੀ ਬਹੁਤ ਜਲਦ ਫੜੇ ਜਾਣਗੇ। ਤਾਂ ਤੁਸੀਂ ਵੇਖਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਪਰਚਾ ਦਰਜ ਕਰ ਦਿੱਤਾ ਗਿਆ ਹੈ ਔਰ ਕਾਰਵਾਈ ਕੀਤੀ ਜਾ ਰਹੀ ਹੈ, ਜਲਦੀ ਦੋਸ਼ੀ ਨੂੰ ਫੜਿਆ ਜਾਏਗਾ। ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ ਆਖਿਰਕਾਰ ਸਾਡੇ ਸਮਾਜ 'ਚ ਅੱਜ ਇਸ ਤਰ੍ਹਾਂ ਦੀ ਮਹਿਲਾਵਾਂ ਨਾਲ ਅਗਰ ਇਸ ਤਰ੍ਹਾਂ ਦੇ ਵਿਹਾਰ ਹੋਣਗੇ ਤਾਂ ਕੌਣ ਜ਼ਿੰਮੇਵਾਰ ਹੈ? ਜਿਹਦੀ ਦੋ ਬੇਟੀਆਂ ਹੈ, ਕਿੱਥੇ ਜਾਵੇ? ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ ਕਿ ਸਮਾਜ ਦੇ ਵਿੱਚ ਅਸੀਂ ਔਰਤਾਂ ਨੂੰ ਵੱਡਾ ਦਰਜਾ ਦੇਵਾਂਗੇ, ਲੇਕਿਨ ਅੱਜ ਇੱਕ ਮਹਿਲਾ ਆਪਣੇ ਹੀ ਘਰ 'ਚ ਸੁਰੱਖਿਅਤ ਨਹੀਂ ਹੈ। ਲੋਕਾਂ ਨੂੰ ਸਮਾਜਿਕ ਪਾਠ ਜ਼ਰੂਰ ਪੜ੍ਹਾ ਰਹੀ ਹੈ, ਕਿਉਂਕਿ ਵੱਡੇ ਸਕੂਲ 'ਚ ਟੀਚਰ ਹੈ ਤਾਂ ਸਮਾਜਿਕ ਪਾਠ ਪੜ੍ਹਾਉਣਾ ਉਹਦੀ ਡਿਊਟੀ ਹੈ, ਲੇਕਿਨ ਆਪਣੇ ਘਰ ਦੇ ਵਿੱਚ ਹੀ ਆਪਣੀ ਡਿਊਟੀ ਤੋਂ ਵਾਂਝੀ ਹੁੰਦੀ ਹੋਈ ਉਹ ਨਜ਼ਰ ਆ ਰਹੀ ਹੈ। ਲੇਕਿਨ ਸਵਾਲ ਪੁਲਿਸ 'ਤੇ ਹੈ ਕਿ ਆਖਿਰਕਾਰ ਕਿਉਂ ਕਾਰਵਾਈ ਨਹੀਂ ਕੀਤੀ ਜਾ ਰਹੀ? ਪਰਚਾ ਜ਼ਰੂਰ ਦਰਜ ਕੀਤਾ ਗਿਆ ਹੈ, ਲੇਕਿਨ ਕਾਰਵਾਈ ਕੁਛ ਵੀ ਨਹੀਂ। ਕੈਮਰਾਮੈਨ ਨਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।